ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਦੇ ਨਾਲ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੰਗਾ, ਜਮਨਾ ਤੇ ਸਰਸਤੀ, ਈੜਾ, ਪਿੰਗਲਾ ਤੇ ਸੁਖਮਨਾ ਇਹਨਾਂ ਨਾੜੀਆਂ ਦਾ ਵਰਣਨ ਕੀਤਾ ਸੀ। ਸੋ ਇਹ ਤਿੰਨੇ ਨਾੜੀਆਂ ਦਾ ਸੰਗਮ ਸਾਡੇ ਮਸਤਕ ਦੇ ਗੱਭੇ ਹੁੰਦਾ ਹੈ, ਜਿੱਥੇ ਤਿਲਕ ਲਾਉਣ ਦਾ ਅਸਥਾਨ ਹੈ। ਉਸ ਜਗ੍ਹਾ ਦੇ ਉੱਤੇ ਇਹ ਤਿੰਨਾਂ ਨਾੜੀਆਂ ਦਾ ਸੰਗਮ ਹੁੰਦਾ ਹੈ। ਈੜਾ, ਪਿੰਗਲਾ, ਸੁਖਮਨ ਬੰਦੇ ਧਾਵਤ ਵਰਜ ਰਹਾਇਆ। ਉਹ ਗੁਰੂ ਦਾ ਕੰਮ ਹੈ। ਇਹ ਜੋ ਆਗਿਆ ਚੱਕਰ ਹੈ ਭਰਵੱਟਿਆਂ ਦੇ ਗੱਭੇ, ਇੱਥੋਂ ਤਿੰਨਾਂ ਨਾੜੀਆਂ ਦੇ ਸੰਗਮ ਦੇ ਵਿੱਚੋਂ ਉੱਪਰ 10ਵੇਂ ਦੁਆਰ ਤੱਕ ਖਾਨਾ, ਇਹ ਸਮਰੱਥ ਗੁਰੂ ਦਾ ਕੰਮ ਹੈ। ਗੁਰ ਗੋਂਗੇ ਗੁਰ ਬਾਵਰੇ, ਗੁਰ ਕੇ ਰਹੀਏ ਦਾਸ। ਜੇ ਗੁਰ ਭੇਜੇ ਨਰਕ ਨੂੰ ਤਾਂ ਵੀ ਸਵਰਗ ਦੀ ਰੱਖੀਏ ਆਸ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਵ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਾਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਰਾ ਪਰੰਪਰਾ, ਗੁਰਦੇਵ ਕਰਤਾ ਸਾ ਪਾਪ ਹਰਤਾ, ਗੁਰਦੇਵ ਪਤਤ ਪਵਿੱਤ ਕਰਾ, ਗੁਰਦੇਵ ਆਦ ਜੁਗਾਦ ਜੁਗੋ ਜੁਗ, ਗੁਰਦੇਵ ਮੰਤ ਹਰ ਜਪ ਉਧਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤ ਰਾ, ਗੁਰਦੇਵ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ, ਗੁਰੂਦੇਵ ਨਾਨਕ ਹਰ ਨਮਸਕਾਰਾ। ਐਸੇ ਗੁਰੂ ਨੂੰ ਸਦਾ ਸਦਾ ਨਮਸਕਾਰ ਹੈ। ਨੀਤੀ ਸ਼ਾਸਤਰ ਦਾ ਸ਼ਲੋਕ ਹੈ, ਗਿਆਨ ਸਲਾਕਾ ਦੇ ਬੁੱਧ ਲੋਚਨ, ਕਰ ਹੈ ਤਮ ਅਗਿਆਨ ਵਿਮੋਚਨ, ਨਿਰਾਵਰਨ ਦ੍ਰਿਕ ਕਰੇ ਜੋ ਸ਼੍ਰੀ ਗੁਰ, ਨਮੋ ਨਮੋ ਤੈ ਚਰਨ ਧਾਰ ਉਰ। ਜੋ ਸਮਰੱਥ ਗੁਰੂ ਹੈ, ਉਹ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ। ਉਹ ਅਰਸ਼ਾਂ ਦਾ ਸੁਆਮੀ ਹੈ, ਫਰਸ਼ਾਂ ਦਾ ਸੁਆਮੀ ਹੈ। ਤਿੰਨ ਲੋਕ ਤਾਂ ਇੱਕ ਪਾਸੇ ਰਹੇ, ਕੋਟੀ ਕੋਟੀ ਬ੍ਰਹਿਮੰਡ ਉਸ ਦੇ ਇੱਕ ਇੱਕ ਰੋਮ ਦੇ ਵਿੱਚ ਸਮਾਏ ਹੋਏ ਹਨ। ਐਸਾ ਜੋ ਆਤਮਾ ਪਰਮਾਤਮਾ ਸਮਰੱਥ ਗੁਰੂ ਰੂਪ ਹੈ, ਪਾਰ ਬ੍ਰਹਮ ਰੂਪ ਹੈ, ਆਕਾਸ਼ ਰੂਪ ਹੈ, ਤੁਰਿਆ ਅਤੀਤ ਪਦ ਦਾ ਮਾਲਕ ਹੈ, ਐਸਾ ਸਮਰੱਥ ਗੁਰੂ ਹੈ। ਜਦੋਂ ਆਪਣੇ ਸ਼ਿਸ਼ਿਆਂ ਦੇ ਉੱਤੇ ਕਿਰਪਾ ਕਰਦਾ ਹੈ ਤਾਂ ਇਹ ਜੋ ਮਾਰਗ ਹੈ, ਮੋਕਸ਼ ਮਾਰਗ, ਮੁਕਤੀ ਦਾ ਮਾਰਗ, ਉੱਥੇ ਤੱਕ ਆਪਣੇ ਸ਼ਿਸ਼ ਨੂੰ ਉਸ ਦੀ ਬਾਂਹ ਪਕੜ ਕੇ ਲੈ ਜਾਂਦਾ ਹੈ, ਜਿਨ੍ਹਾਂ ਰਸਤਿਆਂ ਦਾ ਕੋਈ ਵਾਕਫ ਵੀ ਨਹੀਂ ਹੈ। ਜੋ ਗੁਰੂ ਹੈ ਉਹ ਹਨੇਰ ਪੱਖ ਤੋਂ ਚੰਨ ਪੱਖ ਦੇ ਵਿੱਚ ਲੈ ਜਾਂਦਾ ਹੈ, ਅਗਿਆਨ ਤੋਂ ਗਿਆਨ ਦੇ ਵਿੱਚ ਲੈ ਜਾਂਦਾ ਹੈ। ਐਸੇ ਗੁਰੂ ਨੂੰ ਐ ਮਨ ਸਦਾ ਧਿਆਉਣਾ ਕਰੋ। ਪਿਆਰੀ ਸਾਧ ਸੰਗਤ, ਇਹ ਜੋ ਆਗਿਆ ਚੱਕਰ ਹੈ, ਇਸ ਦੀਆਂ ਦੋ ਪੰਖੜੀਆਂ ਹਨ। ਇਸ ਦੇ ਵਿੱਚ ਜਦੋਂ ਜਗਿਆਸੂ ਪ੍ਰਵੇਸ਼ ਕਰਦਾ ਹੈ ਤੇ ਸਰਗੁਣ ਮੂਰਤ ਦਾ ਧਿਆਨ ਹੁੰਦਾ ਹੈ। ਬਾਣੀ ਆਖਦੀ ਹੈ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਓ। ਇਹ ਉਸ ਗੁਰੂ ਦੀ ਖੇਡ ਹੈ
ਸਰਗੁਣ ਵੀ ਆਪ ਹੈ, ਨਿਰਗੁਣ ਵੀ ਆਪ ਹੈ। ਉਹੀ ਸਮਰੱਥ ਹੈ, ਉਹੀ ਸਮਰੱਥਾ ਦਾ ਮਾਲਕ ਹੈ। ਆਪਣੇ ਸ਼ਿਸ਼ ਨੂੰ ਉਸ ਆਗਿਆ ਚੱਕਰ ਦੇ ਵਿੱਚੋਂ ਕੱਢ ਕੇ ਜਦੋਂ ਉਸ ਦਾ ਜੋ ਯੋਗ ਅਭਿਆਸ, ਜੋ ਤਿੰਨਾਂ ਕਾਲਾਂ ਦਾ ਸੰਗਮ, ਤਿੰਨਾਂ ਦ੍ਰਿਸ਼ਟੀਆਂ ਦਾ ਸੰਗਮ ਖਤਮ ਹੁੰਦਾ ਹੈ, ਤਾਂ ਫਿਰ ਗੁਰੂ ਉਸ ਆਗਿਆ ਚੱਕਰ ਦੇ ਵਿੱਚੋਂ ਕੱਢ ਕੇ ਆਪਣੇ ਸੇਵਕ ਨੂੰ 10ਵੇਂ ਦੁਆਰ ਤੱਕ ਲੈ ਜਾਂਦਾ ਹੈ। 10ਵਾਂ ਦੁਆਰ ਕੈਸਾ ਦੁਆਰ ਹੈ ਜਿਸ ਨੂੰ ਅਗਮ ਨਿਗਮ ਦੀ ਸੋਝੀ ਹੋ ਚੁੱਕੀ ਹੈ। ਉਹੀ ਸਮਰੱਥ ਗੁਰੂ ਆਪਣੇ ਸੇਵਕ ਨੂੰ ਪਕੜ ਕੇ ਉੱਥੇ ਤੱਕ ਲੈ ਜਾਂਦਾ ਹੈ ਜਿੱਥੇ ਨਿਰਗੁਣ ਸਰੂਪ ਦਾ ਵਾਸਾ ਹੈ। ਬਾਣੀ ਆਖਦੀ ਹੈ ਕਿ ਉਸ ਅਕਾਲ ਪੁਰਖ ਦਾ, ਉਸ ਆਤਮਾ ਦਾ ਰੰਗ ਰੂਪ ਕੋਈ ਨਹੀਂ ਹੈ। ਬਾਣੀ ਆਖਦੀ ਹੈ ਰੰਗ ਨਾ ਰੂਪ ਨਾ ਰੇ ਕੁਛ, ਤ੍ਰੈ ਗੁਣ ਤੇ ਪ੍ਰਭਿੰਨ, ਤਿਸੈ ਬਜਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਐਸਾ ਜੋ ਗੁਰੂ ਹੈ ਉਹ ਆਪਣੇ ਸੇਵਕ ਨੂੰ ਤਿੰਨਾਂ ਗੁਣਾਂ ਤੋਂ ਅੱਗੇ ਲੈ ਜਾਂਦਾ ਹੈ, ਰਜੋਗੁਣ, ਤਮੋਗੁਣ ਤੇ ਸਤੋਗੁਣ। ਇਹਨਾਂ ਦੇ ਵਿੱਚੋਂ ਨਿਕਾਸੀ ਕਰਕੇ ਉਹ ਅੱਗੇ ਜੋ ਤੁਰਿਆ ਪਦ ਹੈ ਉਸ ਦੇ ਵਿੱਚ ਪ੍ਰਵੇਸ਼ ਕਰਾਉਂਦਾ ਹੈ। ਜੋ 10ਵਾਂ ਦੁਆਰ ਹੈ ਪਿਆਰੀ ਸਾਧ ਸੰਗਤ, ਇਸ ਦੇ ਸੰਸਰ ਦਲ ਕਮਲ ਹਨ, ਪੰਖੜੀਆਂ ਹਨ। ਇਸ ਕਮਲ ਦੀਆਂ 1000 ਪੰਖੜੀਆਂ ਹਨ। ਸੰਸਰ ਆਖਦੇ ਹਨ 1000 ਨੂੰ। 1000 ਦਲ ਹਨ ਇਸ ਦੇ। ਉਸ ਦੇ ਉੱਤੇ ਉਹ ਨਿਰਗੁਣ ਪਰਮਾਤਮਾ ਘਟ ਘਟ ਦੇ ਵਿੱਚ ਜੋ ਵਿਆਪਕ ਹੈ ਉਸ ਦਾ ਨਿਵਾਸ ਹੈ। ਪਰ ਐਂਟਰੀ ਉਸ ਨੂੰ ਮਿਲਦੀ ਹੈ ਜਿਹੜਾ ਸਮਰੱਥ ਗੁਰੂ ਦੇ ਲੜ ਲੱਗਿਆ ਹੋਇਆ ਹੋਵੇ, ਜਿਹਦਾ ਪਹਿਲਾਂ ਉੱਥੇ ਵਾਸਾ ਹੋਵੇ, ਜਿਸ ਨੇ ਆਪਣੇ ਆਪ ਨੂੰ ਅਨੁਭਵ ਕਰਕੇ ਉਹ ਪਰਮਾਤਮਾ ਰੂਪ ਪ੍ਰਾਪਤ ਕਰ ਲਿਆ ਹੋਵੇ, ਜਿਸ ਦਾ ਨਿਜ ਸਰੂਪ ਆਤਮ ਰੂਪ ਹੈ, ਪਰਮਾਤਮ ਰੂਪ ਹੈ। ਕੋਈ ਮਹਾਂਪੁਰਸ਼ ਆਖਦੇ ਹਨ, ਜਦੋਂ ਲਖੈ ਸਰੂਪ ਦੀ ਖਬਰ ਹੋਈ, ਸੰਤ ਮਿਲੇ ਤਾਂ ਅਸੀਂ ਨਿਹਾਲ ਹੋਏ। ਜੀਵ ਭਾਵਨਾ ਭੰਨ ਕੇ ਬ੍ਰਹਮ ਕੀਤੀ, ਆਦ ਅੰਤ ਰਹਿਤ ਅਕਾਲ ਹੋਏ। ਸੀਸ ਆਪਣਾ ਤਿਨਾਂ ਦੀ ਭੇਟ ਕੀਤਾ, ਦੇਖ ਦੀਨਤਾ ਸੰਤ ਦਿਆਲ ਹੋਏ। ਦ੍ਰਿਸ਼ਟ ਸੰਤ ਦੀ ਕੀਮੀਆ ਰਤਨ ਸਿੰਘਾ, ਲੱਗੇ ਢਿੱਲਣਾ ਕੱਚ ਤੇ ਲਾਲ ਹੋਏ। ਜਦੋਂ ਉਹ ਸਮਰੱਥ ਗੁਰੂ ਦੀ ਦ੍ਰਿਸ਼ਟੀ ਹੁੰਦੀ ਹੈ, ਸਮਰੱਥ ਸੰਤ ਦੀ ਦ੍ਰਿਸ਼ਟੀ ਹੁੰਦੀ ਹੈ, ਤਾਂ ਫਿਰ ਇਹ ਜੋ ਕੱਚਾ ਕੱਚ ਹੈ ਇਹ ਕੀਮੀਏ ਦੇ ਨਾਲ ਮਿਲ ਕੇ ਤੇ ਲਾਲ ਦਾ ਰੂਪ ਧਾਰਨ ਕਰ ਜਾਂਦਾ ਹੈ। ਪਹਿਲਾਂ ਜਿਹੜਾ ਜੀਵ ਆਤਮਾ ਸੀ ਉਹ ਪਰਮਾਤਮਾ ਬਣ ਜਾਂਦਾ ਹੈ। ਮਹਾਂਪੁਰਸ਼, ਸਮਰੱਥ ਮਹਾਂਪੁਰਸ਼ ਜਿਤਨੇ ਵੀ ਹੋਏ ਹਨ ਉਹ ਇਸ ਮਾਰਗ ਦੇ ਪਾਂਧੀ ਹੋਏ ਹਨ। ਆਪਣੇ ਸਮਰੱਥ ਗੁਰੂ ਦੇ ਦੁਆਰਾ, ਆਪਣੇ ਸਮਰੱਥ ਮਹਾਂਪੁਰਖ ਦੇ ਦੁਆਰਾ ਉਸ ਮੰਜ਼ਿਲ ਤੱਕ ਪਹੁੰਚੇ ਹਨ, ਜਿਸ ਮੰਜ਼ਿਲ ਤੱਕ ਅਸੀਂ ਨਿਰਗੁਣ ਰੂਪ ਤੱਕ ਤਪੱਸਿਆ ਕਰਕੇ, ਸਾਧਨ ਕਰਕੇ, ਸਾਰੀਆਂ ਸਾਧਨਾ ਦੇ ਵਿੱਚ ਸੰਪੰਨ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਸਰੂਪ ਤੱਕ ਪਹੁੰਚਣਾ ਹੈ ਤੇ ਆਪਣਾ ਆਪ ਉਸ ਦੇ ਵਿੱਚ ਪ੍ਰਵੇਸ਼ ਕਰ ਦੇਣਾ ਹੈ ਤੇ ਉਸ ਦਾ ਰੂਪ ਬਣ ਜਾਣਾ ਹੈ। ਜਿਸ ਤਰ੍ਹਾਂ ਜੋ ਗੰਗਾ ਨਦੀ ਹੈ ਸਮੁੰਦਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇ ਫਿਰ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਆਮ ਜੋ ਨਦੀ ਹੈ ਉਹ ਗੰਗਾ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇ ਗੰਗਾ ਦਾ ਰੂਪ ਬਣ ਜਾਂਦੀ ਹੈ।
ਬਾਣੀ ਆਖਦੀ ਹੈ, ਗੰਗਾ ਕੀ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਵਰੀ। ਜਦੋਂ ਆਮ ਨਦੀ ਗੰਗਾ ਦੇ ਵਿੱਚ ਮਿਲੀ ਤੇ ਗੰਗਾ ਦਾ ਰੂਪ ਬਣ ਗਈ। ਸੋ ਪਿਆਰੀ ਸਾਧ ਸੰਗਤ, ਇਹ ਜੋ ਈੜਾ, ਪਿੰਗਲਾ ਤੇ ਸੁਖਨਾ ਨਾੜੀਆਂ ਹਨ, ਇਹਨਾਂ ਦੇ ਸੰਗਮ ਦੇ ਵਿੱਚੋਂ ਪਾਰ ਹੋ ਕੇ ਸਮਰੱਥ ਗੁਰੂ ਦੇ ਲੜ ਲੱਗ ਕੇ ਅਸੀਂ ਉਸ ਪਰਮਾਤਮ ਦੁਆਰ ਤੱਕ ਪਹੁੰਚਣਾ ਹੈ, ਜਿੱਥੇ ਉਸ ਅਕਾਲ ਪੁਰਖ ਦਾ ਨਿਰਗੁਣ ਰੂਪ ਦਾ ਵਾਸਾ ਹੈ। 10ਵਾਂ ਦੁਆਰ ਜਿਹੜਾ ਹੈ, ਇਹ ਮਨੁੱਖ ਜੂਨ ਦੇ ਵਿੱਚ ਇੱਕ ਬਹੁਤ ਵੱਡੀ ਮਹਾਨਤਾ ਰੱਖਦਾ ਹੈ। 10ਵੇਂ ਦੁਆਰ ਦੇ ਵਿੱਚ ਉਸ ਅਕਾਲ ਪੁਰਖ ਦਾ ਨਿਰਗੁਣ ਰੂਪ ਦਾ ਵਾਸਾ ਹੈ। ਉੱਥੇ ਤੱਕ ਪਹੁੰਚਣ ਲਈ ਸਾਨੂੰ ਗੁਰੂ ਦੇ ਲੜ ਲੱਗਣਾ ਪਵੇਗਾ, ਕਿਸੇ ਦੀ ਸੰਗਤ ਕਰਨੀ ਪਵੇਗੀ, ਸੰਤਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਕਥਾ ਕਹਾਣੀਆਂ ਸਰਵਣ ਕਰਕੇ ਗਿਆਨ ਲੈ ਕੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਉੱਥੇ ਸੰਗਤ ਕਰਕੇ ਉਹਨਾਂ ਦੀ ਰਹਿਮਤ ਦੇ ਸਦਕਾ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਸਰੂਪ ਦੇ 10ਵੇਂ ਦੁਆਰ ਦੇ ਵਿੱਚ ਜਾ ਕੇ ਪ੍ਰਵੇਸ਼ ਕਰਕੇ ਆਨੰਦਮਈ ਬਣ ਕੇ ਨਿਜ ਸਰੂਪ ਧਾਰਨ ਕਰਕੇ ਉਸ ਦਾ ਰੂਪ ਪੁਜਾਣਾ ਹੈ ਤੇ ਉਸ ਦੀ ਬਖਸ਼ਿਸ਼ ਲੈਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।